पेश है विज्ञान लड़ीवार आने वाला कल दी 25वीं कड़ी। मूल लेखन डॉक्टर मानस प्रीतम दास, लड़ीवार संयोजक डॉक्टर BK त्यागी, पंजाबी रूपांतर ते खोज भारत ज्ञान विज्ञान समति पंजाब ते चंडीगढ़। हाँ ਸਰੋਤਾ ਸੱਜਣੋ, ਲਓ ਸੁਣੋ, ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਦਿਲ ਦਰਿਆ ਸਮੁੰਦਰੋਂ ਡੂੰਘੇ ਦੀਆਂ ਲੁਕੀਆਂ ਹਕੀਕਤਾਂ ਜਾਂ ਮਨ ਦੀ ਡੂੰਘਾਈ ਵਿੱਚ ਲੁਕੀਆਂ ਹਕੀਕਤਾਂ। माफ़ करना डॉक्टर मेहर, मैनू रात दे इस समय तुहानू बुलाना पिया। कोई गल नहीं, मेरा तो फर्ज बनता है। हाँ बेशक, ड्यूटी हर चीज़ तो उपर है, पर मैं सोचा कि तुहाडी ड्यूटी अजिही नहीं कि इन्नी रात गए तुहानू बिना किसी गाओ सूचना दे बुलाना पिया वे। दुनिया बदल गई है डॉक्टर। तुसी मैनू अभिषेक कह सकते हो। थैंक यू अभिषेक। जिवें कि तुसी समझ सकते हो, क्योंकि दुनिया 'च इंसानियत घट रही है, ਇਸ ਲਈ ਸਾਨੂੰ ਇੰਜੀਨੀਅਰਾਂ ਨੂੰ ਚਾਹੀਦਾ ਕਿ ਉਹ ਮਸ਼ੀਨਾਂ ਨੂੰ ਵੀ ਕੋਈ ਐਮਰਜੈਂਸੀ ਹੋਣ 'ਤੇ ਤੁਰੰਤ ਦੁਬਾਰਾ ਜੀਵਿਤ ਕਰ ਸਕਣ। ਚੰਗਾ ਕਿਹਾ। ਅੱਜ ਕੱਲ੍ਹ ਦੁਨੀਆ 'ਚ ਇਨਸਾਨੀਅਤ ਘਟ ਰਹੀ ਹੈ, ਪਰ ਮੇਰੇ ਕੋਲ ਅਪੂਰਨ ਮਨੁੱਖੀ ਜੀਵਨ ਯਾਨੀ ਸਬ ਹਿਊਮਨ ਦਾ ਸਾਹਮਣਾ ਕਰਨ ਦਾ ਤਜਰਬਾ ਬਹੁਤ ਘੱਟ ਹੈ। ਮਾਫ਼ ਕਰਨਾ, ਮੈਂ ਤੁਹਾਨੂੰ ਟੋਕ ਰਿਹਾ, ਪਰ ਤੁਸੀਂ ਅਸਾਧਾਰਨ ਮਨੁੱਖ ਯਾਨੀ ਸੁਪਰ ਹਿਊਮਨ ਜ਼ਿੰਦਗੀ ਵੀ ਕਹਿ ਸਕਦੇ ਹੋ। ਅਸਾਧਾਰਨ ਮਨੁੱਖ ਯਾਨੀ ਸੁਪਰ ਹਿਊਮਨ, ਇਹ ਤੁਹਾਡਾ ਅਸਲ ਮਤਲਬ ਕੀ ਹੈ? ਜੀ ਬੇਸ਼ੱਕ ਤੁਹਾਡੇ ਸੱਜੇ ਪਾਸੇ ਪਏ ਇਸ ਬੇਜਾਨ ਸਰੀਰ ਨੇ ਤੁਹਾਨੂੰ ਧੋਖਾ ਦਿੱਤਾ, ਕਿਉਂਕਿ 30 ਸਾਲ ਦੇ ਇੱਕ ਸਧਾਰਨ ਨੌਜਵਾਨ ਵਰਗਾ ਲੱਗਦਾ ਹੈ ਨਾ, ਠੀਕ ਹੈ ਨਾ? ਪਰ ਮੈਨੂੰ ਇਹ ਨਹੀਂ ਸਮਝ ਪੈਂਦਾ। ਹਾਂ, ਤੁਸੀਂ ਵੀ ਇਸੇ ਤਰ੍ਹਾਂ ਗੁੰਮਰਾਹ ਹੁੰਦੇ ਜੇਕਰ ਤੁਸੀਂ ਇਸ ਨੂੰ ਸਰਗਰਮੀ ਕਰਦੇ ਹੋਏ ਦੇਖਦੇ। ਤਾਂ ਇਸ 'ਚ ਸੁਪਰ ਹਿਊਮਨ ਭਾਗ ਕਿੱਥੇ ਹੈ? ਇਹ ਸਭ ਦੂਸਰੇ ਮਨੁੱਖਾਂ ਵਾਂਗ ਹੀ ਹੈ। ਜੀ ਹਾਂ, ਆਹੀ ਤਾਂ ਗੱਲ ਹੈ। ਤੁਸੀਂ ਇਸ ਅਸਾਧਾਰਨ ਮਨੁੱਖ ਭਾਗ ਨੂੰ ਸਿਰਫ ਉਦੋਂ ਸਮਝ ਸਕੋਗੇ ਜਦੋਂ ਇਹ ਇੱਕ ਇਹੋ ਜਿਹੀ ਜ਼ਿੰਮੇਵਾਰੀ ਨਿਭਾਉਣ ਨੂੰ ਸਵੀਕਾਰ ਕਰੇਗਾ ਜਿਹੜੀ ਇੱਕ ਆਮ ਮਨੁੱਖ ਦੁਆਰਾ ਅਸੰਭਵ ਸਮਝੀ ਜਾਂਦੀ ਹੋਵੇ। ਕਿ ਇਸ ਆਦਮੀ ਨੇ, ਮੇਰਾ ਮਤਲਬ ਮਸ਼ੀਨ ਨੇ, ਕੁਝ ਅਜਿਹਾ ਕੀਤਾ? ਬਿਲਕੁਲ, ਇਹ ਉਸ ਨੂੰ ਸਫਲਤਾਪੂਰਵਕ ਨੇਪਰੇ ਚਾੜ ਦਿੰਦਾ ਜੇਕਰ ਇਸ ਦੇ ਫੈਸਲਾ ਕਰਨ ਵਾਲੇ ਜੰਗਲ ਯਾਨੀ ਡਿਸੀਜਨ ਫੋਰੈਸਟ ਨੇ ਇਸ ਨੂੰ ਅਸਫਲ ਨਾ ਬਣਾਇਆ ਹੁੰਦਾ। ਤੁਹਾਡਾ ਮਤਲਬ ਹੈ ਉਹ ਇੱਕ ਜੰਗਲ 'ਚ ਸੀ? ਚਲੋ ਖੈਰ, ਜੰਗਲ ਤੋਂ ਮੇਰਾ ਭਾਵ ਭੁੱਲ ਭੁਲਈਆਂ ਵਾਲੀ ਉਸ ਗੁੰਝਲਦਾਰ ਤਰਕ ਪ੍ਰਣਾਲੀ ਦੇ ਰੂਪ ਤੋਂ ਹੈ ਜਿਸ ਨੂੰ ਅੱਜ ਕੱਲ੍ਹ ਅਸੀਂ ਟਟੋਲ ਕੇ ਟਰੈਕ ਕਰਨ ਤੋਂ ਅਸਮਰਥ ਹਾਂ। ਠੀਕ ਹੈ, ਮੈਂ ਆਪਣੇ ਆਪ ਨੂੰ ਜੰਗਲ 'ਚ ਛੱਡਿਆ ਹੋਇਆ ਮਹਿਸੂਸ ਕਰਦਾ ਹਾਂ। ਮੇਰਾ ਅਨੁਮਾਨ ਹੈ ਕਿ ਤੁਸੀਂ ਬਨਾਵਟੀ ਬੁੱਧੀ ਦੇ ਕਿਸੇ ਉਸ ਪੱਧਰ ਜੋ ਕਿ ਇਸ ਰੋਬੋਟ ਨੂੰ ਚਲਾਉਂਦਾ ਹੈ ਉਸ ਦੀ ਗੱਲ ਕਰ ਰਹੇ ਹੋ। ਪਰ ਮੈਨੂੰ ਅਭਿਸ਼ੇਕ, ਮੇਰਾ ਖਿਆਲ ਹੈ ਕਿ ਆਪਾਂ ਸ਼ਬਦਾਂ ਦੇ ਹੇਰ-ਫੇਰ 'ਚ ਨਾ ਹੀ ਉਲਝੀਏ। ਪਲੀਜ਼ ਮੈਨੂੰ ਇਹ ਦੱਸੋ ਕਿ ਇਸ ਮਨੁੱਖ ਦੇ ਬਚਣ ਦੀ ਕੋਈ ਸੰਭਾਵਨਾ ਹੈ ਕਿ ਨਹੀਂ? ਤੁਸੀਂ ਇਸ ਮਰੀਜ਼ ਨੂੰ ਜਾਣਦੇ ਹੋ? ਬਿਲਕੁਲ ਨਹੀਂ, ਮੈਂ ਤਾਂ ਵੈਸੇ ਹੀ ਉਤਸੁਕਤਾ ਵਾਸੀ ਪੁੱਛ ਬੈਠਾ ਤੁਹਾਨੂੰ। ਪਹਿਲੀ ਨਜ਼ਰੇ ਤਾਂ ਇਸ ਦੀ ਕੋਈ ਉਮੀਦ ਨਹੀਂ ਜਾਪਦੀ, ਸਿਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਦਰਅਸਲ ਮੈਂ ਇਸ ਦੀ ਦਿਮਾਗੀ ਮੌਤ ਯਾਨੀ ਬ੍ਰੇਨ ਡੈਥ ਸਥਿਤੀ ਵਿੱਚ ਪਹੁੰਚਣ ਦੀ ਸੰਭਾਵਨਾ ਦੇ ਚਿੰਤਤ ਹਾਂ। ਵੈਰੀ ਸੈਡ, ਬਹੁਤ ਅਫਸੋਸ ਹੋਇਆ ਸੁਣ ਕੇ। ਪਰ ਕਿਸੇ ਵੀ ਸਥਿਤੀ 'ਚ ਜੀਵਨ ਬਚਾਊ ਸਹਾਇਤਾ ਤਾਂ ਮੁਹੱਈਆ ਕਰਾਉਣੀ ਪਵੇਗੀ। ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਂ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸੀ। ਪ੍ਰਬੰਧ ਜਲਦੀ ਹੀ ਹੋ ਜਾਵੇਗਾ। ਇਸ ਨੂੰ ਇੱਕ ਜਟਿਲ ਨਿਊਰੋਲੋਜੀਕਲ ਆਪਰੇਸ਼ਨ 'ਚੋਂ ਗੁਜ਼ਰਨਾ ਪਵੇਗਾ। ਪਰ ਇਸ ਨੂੰ ਇੱਥੇ ਇਸ ਇਕੱਲੇ ਕਮਰੇ 'ਚ ਕਿਉਂ ਰੱਖਿਆ? ਤੁਸੀਂ ਆਪਣੇ ਸਧਾਰਨ ਟਰੋਮਾ ਕੇਅਰ ਵਿੱਚ ਸਭ ਕੁਝ ਅਰੇਂਜਮੈਂਟ ਕਰ ਸਕਦੇ ਸੀ। ਮੇਰਾ ਮਤਲਬ ਹੈ ਇਸ ਕਿਸਮ ਦਾ ਸਭ ਕੁਝ ਹੋਣਾ ਚਾਹੀਦਾ ਤੁਹਾਡੇ ਹਸਪਤਾਲ 'ਚ। ਤੁਸੀਂ ਸਹੀ ਕਹਿੰਦੇ ਹੋ। ਆਪਣੇ ਰੂਟੀਨ ਇਲਾਜ ਤੋਂ ਬਿਨਾਂ ਅਸੀਂ ਇਸ ਨੂੰ ਕੁਝ ਵਿਸ਼ੇਸ਼ ਪ੍ਰਕਾਰ ਦਾ ਇਲਾਜ ਉਪਲਬਧ ਕਰਾਉਣ ਦੀ ਸੋਚ ਰਹੇ ਹਾਂ।
ਬੇਸ਼ੱਕ ਉਸ ਦੇ ਪ੍ਰਭਾਵ ਬਾਬਤ ਅਸੀਂ ਹਜੇ ਪੂਰੀ ਤਰ੍ਹਾਂ ਜਾਣਦੇ ਨਹੀਂ ਹਾਂ। ਕਮਾਲ ਹੈ, ਤੁਸੀਂ ਇਸ ਮਨੁੱਖੀ ਸਰੀਰ ਦਾ ਇਹੋ ਜਿਹਾ ਇਲਾਜ ਕਰਨ ਦੀ ਸੋਚ ਰਹੇ ਹੋ ਜੋ ਅਜੇ ਪੁਖਤਾ ਨਹੀਂ। ਪਰ ਰਿਸ਼ਤੇਦਾਰ ਵੇਖੋ, ਸਾਡੇ ਰੋਜ਼ਾਨਾ ਜੀਵਨ 'ਚ ਬਹੁਤ ਸਾਰੇ ਇਲਾਜ ਜੋ ਪੁਖਤਾ ਨਹੀਂ ਹੁੰਦੇ ਕਰਨੇ ਪੈਂਦੇ ਨੇ, ਕਿਉਂ ਜੋ ਮਰੀਜ਼ ਦੀ ਜਾਨ ਬਚਾਉਣ ਦਾ ਹਰ ਹੀਲਾ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਹਾਂ, ਫਿਰ ਬੇਸ਼ੱਕ ਸਾਨੂੰ ਕੋਈ ਖਪਤਕਾਰ ਅਦਾਲਤ ਯਾਨੀ ਕੰਜ਼ਿਊਮਰ ਕੋਰਟ ਵਿੱਚ ਹੀ ਕਿਉਂ ਨਾ ਖਿੱਚ ਲਵੇ। ਚਲੋ ਠੀਕ ਹੈ, ਮੰਨ ਲਿਆ। ਪਰ ਮੈਨੂੰ ਇਹ ਦੱਸੋ, ਤੁਸੀਂ ਇਸ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਕਿਵੇਂ ਸਮਝਾਓਗੇ? ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਰੀਜ਼ ਨਾਲ ਕੁਝ ਅਜਿਹਾ ਕਰਨਾ ਹੈ ਜੋ ਪੂਰੀ ਤਰ੍ਹਾਂ ਨਾਲ ਅਸਾਧਾਰਨ ਹੈ। ਅਸੀਂ ਸਟੈਂਡਰਡ ਨਿਯਮਾਂ ਨੂੰ ਰੱਖਦੇ ਹੋਏ, ਮਰਿਆਦਾ ਦਾ ਪੂਰਾ ਪਾਲਨ ਕਰਦੇ ਹੋਏ ਆਪਣੀ ਇਲਾਜ ਸੀਮਾ ਦਾ ਵਿਸਤਾਰ ਕਰਾਂਗੇ। ਕੁਝ ਅਜਿਹੀਆਂ ਚੀਜ਼ਾਂ ਦੀ ਕੋਸ਼ਿਸ਼ ਕਰਾਂਗੇ ਜੋ ਆਮ ਤੌਰ ਤੇ ਸਧਾਰਨ ਹਾਲਾਤਾਂ ਵਿੱਚ ਨਹੀਂ ਕਰ ਸਕਦੇ। ਚਲੋ ਮੰਨ ਲਿਆ, ਪਰ ਰਿਸ਼ਤੇਦਾਰਾਂ ਨੂੰ ਇਹ ਰਾਜ਼ ਦੱਸ ਸਕੋਗੇ? ਜਿੱਥੋਂ ਤੱਕ ਰਿਸ਼ਤੇਦਾਰਾਂ ਦਾ ਸੰਬੰਧ ਹੈ, ਉਹਨਾਂ ਨੂੰ ਵੀ ਇਹੀ ਗੱਲ ਉਹਨਾਂ ਦੀ ਹੀ ਭਾਸ਼ਾ ਵਿੱਚ ਸਮਝਾਵਾਂਗੇ ਤੇ ਉਹਨਾਂ ਦੀ ਸਹਿਮਤੀ ਨਾਲ ਹੀ ਇਹ ਇਲਾਜ ਵਿਸਤਾਰ ਕਰਾਂਗੇ। ਆਰ ਯੂ ਸ਼ੋਰ ਕਿ ਇਸ ਤਰ੍ਹਾਂ ਸਮਝਾਉਣ ਨਾਲ ਉਹ ਮੰਨ ਜਾਣਗੇ? ਉਹ ਮਹਾਰਾਜ, ਸਾਡਾ ਰੋਜ਼ ਦਾ ਅਨੁਭਵ ਹੈ ਕਿ ਜਦ ਮਰੀਜ਼ ਦੀ ਹਾਲਤ ਮਾੜੀ ਹੁੰਦੀ ਹੈ ਤਾਂ ਰਿਸ਼ਤੇਦਾਰ ਸਾਨੂੰ ਪੂਰੀ ਵਾਹ ਲਾਉਣ ਲਈ ਕਹਿੰਦੇ ਨੇ। ਉਸ ਵਕਤ ਅਸੀਂ ਉਹਨਾਂ ਦੇ ਚੱਲ ਰਹੇ ਇਲਾਜ ਦੇ ਵਿਸਤਾਰ ਦੀ ਆਪਣੀ ਤਜਵੀਜ਼ ਸਮਝਾਉਂਦੇ ਹਾਂ ਤੇ ਸਹੀ ਸਥਿਤੀ ਬਿਆਨ ਕਰਦੇ ਹਾਂ। ਰਿਸ਼ਤੇਦਾਰ ਸਾਡੇ ਤੇ ਭਰੋਸਾ ਕਰਕੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵਾਲੀ ਗੱਲ ਅਨੁਸਾਰ ਕੁਝ ਫਾਇਦਾ ਹੋਣ ਦੀ ਸੰਭਾਵਨਾ ਕਾਰਨ ਸਾਡੀ ਤਜਵੀਜ਼ ਨਾਲ ਸਹਿਮਤ ਹੋ ਜਾਂਦੇ ਨੇ। ਡਾਕਟਰ ਸਾਹਿਬ, ਡਾਕਟਰ ਅਭਿਸ਼ੇਕ, ਇਹਦੇ ਨਾਲ ਤੇ ਕੋਈ ਰਿਸ਼ਤੇਦਾਰ ਹੈ ਹੀ ਨਹੀਂ। ਇਸ ਸਥਿਤੀ 'ਚ ਤੁਸੀਂ ਕੀ ਕਰੋਗੇ? ਦੇਖੋ, ਅਜਿਹਾ ਵੀ ਸਾਡੇ ਕੰਮ 'ਚ ਆਮ ਹੀ ਵਾਪਰਦਾ ਹੈ। ਸਾਨੂੰ ਇਸ ਮਰੀਜ਼ ਦੀ ਦੇਹ ਉੱਪਰ ਇਸ ਦੀ ਸ਼ਨਾਖਤ ਦਾ ਕੋਈ ਸਬੂਤ ਨਹੀਂ ਮਿਲਿਆ, ਇੱਕ ਸ਼ਬਦ ਵੀ ਨਹੀਂ ਕਿਤੇ ਵੀ ਲਿਖਿਆ ਹੋਇਆ। ਇਸ ਦੀ ਸ਼ਨਾਖਤ ਬਾਰੇ ਕੋਈ ਸਹਾਇਤਾ ਨਹੀਂ ਮਿਲੀ। ਚਿਹਰਾ ਵੀ ਬੁਰੀ ਤਰ੍ਹਾਂ ਨਾਲ ਵਿਗੜਿਆ ਹੋਇਆ ਹੈ ਤੇ ਇਸ ਲਈ ਅਸੀਂ ਚਿਹਰੇ ਦੇ ਚਿੱਤਰ ਨੂੰ ਨੈੱਟ ਦੀ ਮਦਦ ਦੇ ਨਾਲ ਵੀ ਨਹੀਂ ਲੱਭ ਸਕੇ। ਤੁਸੀਂ ਵੇਖ ਸਕਦੇ ਹੋ, ਹੁਣ ਤੱਕ ਤਾਂ ਕੋਈ ਸਕਾ ਸੰਬੰਧੀ ਵੀ ਨਹੀਂ ਆਇਆ। ਹੁਣ ਇਸ ਸਿਚੁਏਸ਼ਨ 'ਚ ਕੀ ਕਰੋਗੇ ਤੁਸੀਂ? ਵੇਖੋ, ਮਰੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਡੇ ਕੋਲ ਅਧਿਕਾਰ ਹੈ ਕਿ ਜਿੰਨਾ ਚਿਰ ਕੋਈ ਰਿਸ਼ਤੇਦਾਰ ਨਹੀਂ ਮਿਲਦਾ ਤਾਂ ਐਮਰਜੈਂਸੀ ਇਲਾਜ ਤੇ ਇਲਾਜ ਵਿਸਤਾਰ ਅਸੀਂ ਆਪਣੀ ਕਿੱਤਾ ਮੁਖੀ ਗਿਆਨ ਤੇ ਵਿਵੇਕ ਅਨੁਸਾਰ ਹੀ ਕਰਦੇ ਹਾਂ। ਡਾਕਟਰ ਸਾਹਿਬ, ਇਸ ਵਿੱਚ ਕੋਈ ਕਾਨੂੰਨੀ ਦਿੱਕਤਾਂ ਨਹੀਂ ਆਉਣਗੀਆਂ? ਕੋਈ ਖਤਰਾ ਨਹੀਂ ਹੁੰਦਾ ਤੁਹਾਨੂੰ? ਵੇਖੋ, ਬਹੁਤ ਕੁਝ ਹੁੰਦਾ ਸਾਡੇ ਨਾਲ, ਪਰ ਮਰੀਜ਼ ਦੀ ਜਾਨ ਤਾਂ ਮੁੜ ਨਹੀਂ ਨਾ ਆ ਸਕਦੀ। ਇੱਕ ਯੁਵਕ ਕੰਸਲਟੈਂਟ ਨੂੰ ਕੋਵਿਡ-19 ਦੇ ਇਲਾਜ ਬਾਬਤ ਪੁੱਛਿਆ ਗਿਆ ਕਿ ਐਜ਼ਿਥਰੋਮਾਈਸਿਨ ਤੇ ਹਾਈਡਰੋਕਸੀ ਕਲੋਰੋਕੁਇਨ ਦੇਣ ਦੇ ਨਾਲ ਖਤਰਾ ਹੋ ਸਕਦਾ ਹੈ, ਤੁਹਾਡੇ ਉੱਪਰ ਕੇਸ ਵੀ ਹੋ ਸਕਦਾ ਹੈ। ਹਾਂ, ਖਤਰਾ ਤਾਂ ਹੈ ਹੀ, ਪਰ ਉਹਦਾ ਜਵਾਬ ਕੀ ਸੀ ਡਾਕਟਰ ਸਾਹਿਬ? ਉਸ ਨੇ ਕਿਹਾ ਸੀ ਕਿ ਮਰੀਜ਼ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਕੇਸ ਦੇ ਡਰ ਵਜੋਂ ਮਰੀਜ਼ ਥੋੜੀ ਮਰਵਾਣਾ। ਦੇਖੀ ਜਾਓ ਜਦ ਕੇਸ ਹੋ ਜਾਊ। ਵਾਹ, ਕਿਆ ਕਮਾਲ ਦਾ ਜਵਾਬ ਹੈ। ਸਾਡੇ ਮਰੀਜ਼ ਬਾਬਤ ਤੁਸੀਂ ਮੈਨੂੰ ਫੋਨ ਕਰਕੇ ਬੁਲਾ ਲਿਆ, ਉਹ ਕਿਉਂ? ਬੇਸ਼ੱਕ, ਪਰ ਰੋਬਰਟ ਦੇ ਮਾਮਲੇ 'ਚ ਇਹ ਕੰਮ ਆਸਾਨ ਸੀ। ਗਰਦਨ ਤੇ ਲੱਗੇ ਨੰਬਰ ਨੇ ਸਭ ਕੁਝ ਦੱਸ ਦਿੱਤਾ। ਇਹ ਜਾਣਨਾ ਆਸਾਨ ਸੀ ਕਿ ਨਿਰਮਾਤਾ ਕੌਣ ਸੀ। ਇਸੇ ਕਾਰਨ ਮੈਂ ਤੁਹਾਡੇ ਨਾਲ ਸੰਪਰਕ ਕਰ ਸਕਿਆ। ਮੈਨੂੰ ਲੱਗਦਾ ਹੈ ਤੁਹਾਡੀ ਇਲਾਜ ਵਿਸਤਾਰ ਵਾਲੀ ਖੋਜ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਪੂਰਾ ਨਿਰੀਖਣ ਜਾਰੀ ਹੈ। ਉਧਰ ਕੋਨੇ ਵਿੱਚ ਕੰਪਿਊਟਰ ਤੇ ਬੈਠਾ ਵਿਅਕਤੀ ਇਹਨਾਂ ਨਿਰੀਖਣਾਂ ਦਾ ਇੱਕ ਦਸਤਾਵੇਜ਼ ਤਿਆਰ ਕਰ ਰਿਹਾ ਹੈ। ਮੇਰੀ ਟੀਮ 'ਚ ਹੋਰ ਡਾਕਟਰ ਵੀ ਨੇ, ਡਾਕਟਰ ਹਰਬਾਗ ਤੇ ਡਾਕਟਰ ਸ਼੍ਰੀਲਤਾ। ਆਈ ਸੀ। ਪਰ ਤੁਹਾਡੇ ਇਸ ਰੋਬੋਟ ਬਾਰੇ ਦੱਸੋ, ਕੀ ਤੁਸੀਂ ਇਸ ਨੂੰ ਆਪਣੀ ਵਰਕਸ਼ਾਪ ਵਿੱਚ ਲੈ ਕੇ ਜਾਣਾ ਚਾਹੋਗੇ? ਦੇਖੋ ਡਾਕਟਰ ਅਭਿਸ਼ੇਕ, ਰਾਤ ਦੇ ਇਸ ਸਮੇਂ ਤਾਂ ਕੁਝ ਕਰਨਾ ਮੁਸ਼ਕਿਲ ਹੈ। ਸਾਡੀ ਵਰਕਸ਼ਾਪ ਦੇ ਵਿੱਚ ਮੁਰੰਮਤ ਵਗੈਰਾ ਦਾ ਕੰਮ ਵੀ ਚੱਲ ਰਿਹਾ ਹੈ, ਬਹੁਤੀ ਜਗ੍ਹਾ ਵੀ ਹੈ ਨਹੀਂ ਉੱਥੇ। ਤੁਸੀਂ ਮੇਰੇ ਲਈ ਥੋੜੀ ਤਕਲੀਫ ਉਠਾ ਸਕਦੇ ਹੋ? ਬੋਲੋ ਦੋਸਤ। ਤੁਸੀਂ ਰੋਬੋਟ ਨੂੰ 2 ਕੁ ਦਿਨ ਇੱਥੇ ਰੱਖ ਸਕਦੇ ਹੋ ਹੋਰ? ਨਹੀਂ, ਚਿੰਤਾ ਨਾ ਕਰੋ, ਮੈਂ ਇਸ ਵਕਤ ਨੂੰ ਜ਼ਿਆਦਾ ਨਹੀਂ ਵਧਾਵਾਂਗਾ। ਬਿਲੀਵ ਮੀ, ਸਿਰਫ 2 ਦਿਨ। ਦੇਖੋ, ਹੈ ਤਾਂ ਜ਼ਰਾ ਮੁਸ਼ਕਿਲ, ਪਰ ਮੈਂ ਕੋਈ ਨਾ ਕੋਈ ਪ੍ਰਬੰਧ ਕਰਦਾ। ਦੇਖੋ, ਅਸੀਂ ਇਸ ਕਮਰੇ ਦੇ ਅੰਦਰ ਹੋਰ ਬੈੱਡ ਨਹੀਂ ਲਗਾ ਰਹੇ। ਇਸ ਤਰ੍ਹਾਂ ਇਹ ਉੱਥੇ ਰਹਿ ਸਕਦਾ ਹੈ। ਮੈਂ ਸਟਾਫ ਨੂੰ ਕਹਿ ਦੇਵਾਂਗਾ, ਮੇਹਰ ਤੁਹਾਡੀ ਸਮੱਸਿਆ ਦਾ ਸਮਾਧਾਨ ਹੋ ਜਾਏਗਾ। ਥੈਂਕ ਯੂ ਅਭਿਸ਼ੇਕ। ਠੀਕ ਹੈ, ਮੈਂ ਹੁਣ ਚੱਲਦਾ।
ਕੱਲ੍ਹ ਦਾ ਦਿਨ ਮੇਰਾ ਬਹੁਤ ਹੀ ਰੁਝੇਵਿਆਂ ਭਰਿਆ। ਇੰਜੀਨੀਅਰਾਂ ਦੇ ਨਵੇਂ ਬੈਚ ਲਈ ਸਿਖਲਾਈ ਦਾ ਸੈਸ਼ਨ ਚੱਲ ਰਿਹਾ ਤੇ ਮੈਂ ਇੰਚਾਰਜ ਹਾਂ, ਸੋ ਦੈਟਸ ਵਾਈ ਮੈਨੂੰ ਹਾਂ ਮੈਂ ਸਮਝਦਾ ਤੁਹਾਡੀ ਵਿਅਸਤਤਾ ਨੂੰ। ਦੇਖੋ, ਤੁਹਾਨੂੰ ਕੁਝ ਆਰਾਮ ਚਾਹੀਦਾ ਮੇਹਰ। ਇਸ ਤਰ੍ਹਾਂ ਕਰਦੇ ਹਾਂ, ਕੁਝ ਦਿਨਾਂ ਬਾਅਦ ਫੇਰ ਮਿਲਾਂਗੇ। ਠੀਕ ਹੈ ਡਾਕਟਰ ਸਾਹਿਬ, ਬਾਏ। ਮੈਂ ਤੁਹਾਡੇ ਨਾਲ ਸੰਪਰਕ 'ਚ ਰਹਾਂਗਾ। ਆਪਣਾ ਧਿਆਨ ਰੱਖਣਾ। ਮੈਂ ਚੱਲਦਾ। ਓਕੇ, ਬਾਏ। ਬਾਏ। ਸਰ, ਅਰੁਣ ਅੱਜ ਲੇਟ ਹੋ ਜਾਣਗੇ। ਕਿਉਂ? ਉਸ ਤੇ ਕਿਹੜੀ ਵੱਡੀ ਜ਼ਿੰਮੇਵਾਰੀ ਆ ਗਈ ਹੁਣ? सर, उसके पिताजी नाड़ी प्रणाली की किसी बीमारी तो पीड़ित ने। पुरानी बीमारी है। अरुण ਨੂੰ ਹਰ 15 ਦਿਨਾਂ ਬਾਅਦ ਚੈੱਕਅਪ ਕਰਾਉਣ ਲਈ ਉਹਨਾਂ ਨੂੰ ਕਲੀਨਿਕ ਲੈ ਕੇ ਜਾਣਾ ਪੈਂਦਾ ਹੈ। ਆਈ ਸੀ। ਨਸਾਂ ਸਾਡੀ ਬੁੱਧੀ ਦਾ ਇੱਕ ਅਤੀ ਮਹੱਤਵਪੂਰਨ ਹਿੱਸਾ। ਨਾੜੀਆਂ ਦੇ ਸਹੀ ਤਰ੍ਹਾਂ ਕੰਮ ਕਰਨ ਬਿਨਾਂ ਨਾ ਤੁਸੀਂ ਵੇਖ ਸਕਦੇ ਹੋ, ਨਾ ਸੁਣ ਸਕਦੇ ਹੋ, ਨਾ ਸੁੰਘ ਸਕਦੇ ਹੋ, ਨਾ ਬੋਲ ਸਕਦੇ ਹੋ ਤੇ ਨਾ ਹੀ ਆਪਣੀ ਚਮੜੀ ਰਾਹੀਂ ਮਹਿਸੂਸ ਕਰ ਸਕਦੇ ਹੋ। ਮਨੁੱਖ ਦੇ ਵਿੱਚ ਦਿਮਾਗੀ ਪ੍ਰਣਾਲੀ ਇੰਨੀ ਕੰਪਲਿਕੇਟਡ ਹੈ, ਇੰਨੀ ਗੁੰਝਲਦਾਰ ਹੈ ਕਿ ਵਿਸ਼ਵ ਦੇ ਸਰਵੋਤਮ ਵਿਗਿਆਨੀ ਵੀ ਅਜੇ ਤੱਕ ਇਸ ਨੂੰ ਸਮਝ ਨਹੀਂ ਪਾਏ। ਸਰ, ਕੀ ਅਸੀਂ ਇਸ ਪ੍ਰਣਾਲੀ ਦਾ ਸਰਲ ਸੰਸਕਰਣ ਨਹੀਂ ਬਣਾ ਸਕਦੇ? ਕੀ ਇਸ ਨੂੰ ਰੋਬੋਟ 'ਚ ਨਹੀਂ ਲਗਾ ਸਕਦੇ? ਰਘੂ, ਕਹਿਣਾ ਸੌਖਾ ਹੈ, ਇਹ ਫੈਸਲਾ ਕਰਨ ਵੇਲੇ ਕਿ ਸਧਾਰਨ ਪ੍ਰਣਾਲੀ ਵਿੱਚ ਕਿਹੜੇ ਹਿੱਸੇ ਨੂੰ ਸ਼ਾਮਲ ਕਰਨਾ ਹੈ ਤੇ ਕਿਹੜਾ ਰੱਦ ਕਰਨਾ ਹੈ, ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੀ ਪ੍ਰਣਾਲੀ ਆਪਸ ਵਿੱਚ ਇੰਨੀ ਸਾਫ਼-ਸਾਫ਼ ਬੰਨੀ ਹੋਈ ਹੈ ਤੇ ਸਾਰੇ ਪੁਰਜ਼ੇ ਇੰਨੇ ਅੰਤਰ ਨਿਰਭਰ ਨੇ ਕਿ ਤੁਸੀਂ ਬਹੁਤ ਵੱਡੀ ਉਲਝਣ 'ਚ ਫਸ ਜਾਓਗੇ। ਸਰ, ਲੀਲੀ ਮੈਨੂੰ ਦੱਸ ਰਹੀ ਸੀ ਕਿ ਬਨਾਵਟੀ ਨਿਊਰਨ ਬਣਾਉਣ ਤੇ ਉਹਨਾਂ ਨੂੰ ਜੋੜਨ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਗਈ ਹੈ। ਮੈਂ ਹੁਣੇ ਕਿਸੇ ਆਨਲਾਈਨ ਜਰਨਲ ਵਿੱਚ ਇੱਕ ਲੇਖ ਪੜ੍ਹਿਆ। ਇਸ ਦਾ ਲੇਖਕ ਕਹਿੰਦਾ ਹੈ ਕਿ ਪਿਛਲੀ ਸਦੀ ਵਿੱਚ ਜੋ ਸੰਭਾਵਨਾਵਾਂ ਬਹੁਤ ਵਧੀਆ ਦਿਖਾਈ ਦਿੱਤੀਆਂ ਸਨ, ਉਹ ਅਜੇ ਸਾਬਿਤ ਨਹੀਂ ਹੋਈਆਂ। ਸਰ, ਕੀ ਅਸੀਂ ਸਾਰੀਆਂ ਹਦਾਇਤਾਂ ਰੋਬੋਟ ਦੀ ਬੌਧਿਕ ਪ੍ਰਣਾਲੀ 'ਚ ਪਾਉਂਦੇ ਆ ਜਾਂ ਕਿ ਇਸ ਨੂੰ ਆਪਣੇ ਆਪ ਹੀ ਸਿੱਖਣ ਦੇਣਾ ਚਾਹੀਦਾ ਹੈ? ਵਾਹ ਵਾਹ, ਬਹੁਤ ਵਧੀਆ ਪ੍ਰਸ਼ਨ। ਇੰਨੇ ਵਧੀਆ ਸਵਾਲ। ਸਰ, ਥੈਂਕ ਯੂ। ਮੈਂ ਤਾਂ ਸੱਚਮੁੱਚ ਤੁਹਾਡੇ ਸਵਾਲਾਂ ਤੇ ਵਿਸ਼ੇ ਤੇ ਰੱਖੇ ਤੁਹਾਡੇ ਧਿਆਨ ਦੀ ਕਦਰ ਕਰਦਾ ਹਾਂ। ਲਿਲੀ ਜਿਸ ਦਾ ਜ਼ਿਕਰ ਕਰ ਰਹੀ ਹੈ, ਉਸ ਨੂੰ ਬਨਾਵਟੀ ਨਿਊਰਲ ਨੈਟਵਰਕ ਜਾਂ ਸੰਖੇਪ ਵਿੱਚ ANN ਕਿਹਾ ਜਾਂਦਾ ਹੈ। ਸੰਵੇਦਨਾ, ਧਾਰਨਾ ਤੇ ਬੁੱਧੀ ਨਿਰਮਾਣ ਦੇ ਹਰ ਪਹਿਲੂ ਵਿੱਚ ਇਸ ਨੂੰ ਵਰਤਿਆ ਜਾ ਰਿਹਾ ਹੈ। ਸਰ, ਇਸ ਦਾ ਮਤਲਬ ਹੈ ਕਿ ਬ੍ਰੇਕਿੰਗ ਪੁਆਇੰਟ ਕਾਫੀ ਨੇੜੇ ਹੈ। ਆਈ ਮੀਨ, ਜਲਦੀ ਹੀ ਅਜਿਹੀ ਮਸ਼ੀਨ ਬਣ ਸਕਦੀ ਹੈ ਜੋ ਬੁੱਧੀ ਚੇਸ ਦੇ ਨਿਰਮਾਤਾ ਨੂੰ ਪਛਾੜ ਦੇਵੇਗੀ। ਮੈਨੂੰ ਨਹੀਂ ਲੱਗਦਾ ਕਿ ਵਰਤਮਾਨ ਸਥਿਤੀ ਇੰਨੀ ਉਮੀਦ ਜਗਾਉਣ ਵਾਲੀ ਹੈ। ਇਹ ਸੱਚ ਹੈ ਕਿ ਅਸੀਂ ਹਰ ਸਾਲ ਕਾਫੀ ਗਿਣਤੀ 'ਚ ਬੁੱਧੀਮਾਨ ਰੋਬੋਟ ਬਣਾ ਰਹੇ ਹਾਂ, ਪਰ ਮੈਨੂੰ ਅਜੇ ਵੀ ਸ਼ੱਕ ਹੈ ਕਿ ਉਹ ਜੋ ਮਨੁੱਖੀ ਬੁੱਧੀ ਦੀ ਬਰਾਬਰੀ ਕਰਨਾ ਜਾਂ ਇਸ ਨੂੰ ਪਾਰ ਕਰਨਾ ਇੰਨਾ ਸੌਖਾ ਨਹੀਂ ਹੈ। ਤੁਸੀਂ ਸਾਰੇ ਸਹੀ ਵੀ ਹੋ ਤੇ ਗਲਤ ਵੀ। ਹਾਂ ਹਾਂ, ਦੇਖੋ, ਬੁੱਧੀਮਾਨ ਸੌਫਟਵੇਅਰ ਸ਼ਤਰੰਜ ਜਾਂ ਗੋ ਵਰਗੀਆਂ ਖੇਡਾਂ 'ਚ ਸਰਵੋਤਮ ਪ੍ਰਤੀਯੋਗੀ ਨੂੰ ਆਸਾਨੀ ਨਾਲ ਹਰਾ ਸਕਦੇ ਨੇ। ਪਰ ਜਦੋਂ ਭਾਸ਼ਾ, ਤਰਕ ਜਾਂ ਆਮ ਸੂਝ-ਬੂਝ ਦੀ ਗੱਲ ਆਉਂਦੀ ਹੈ ਤਾਂ ਉਹ 4 ਜਾਂ 5 ਸਾਲ ਦੇ ਇਨਸਾਨੀ ਬੱਚੇ ਦੇ ਬਰਾਬਰ ਵੀ ਨਹੀਂ ਹੁੰਦੇ। ਪਰ ਸਰ, ਹੁਣ ਤਾਂ ਮਸ਼ੀਨਾਂ ਆਪਣੇ ਆਪ ਸਿੱਖ ਰਹੀਆਂ ਨੇ। ਹਾਂ, ਮਸ਼ੀਨ ਸਿਖਲਾਈ ਹੋ ਰਹੀ ਹੈ। ਇਹ ਸਿਖਲਾਈ ਕੀਤੀ ਵੀ ਗਹਿਰੇ ਪੱਧਰ ਤੇ ਜਾ ਰਹੀ ਹੈ। ਇਸੇ ਲਈ ਤਾਂ ਸ਼ਬਦ ਡੀਪ ਲਰਨਿੰਗ ਵਰਤਿਆ ਜਾ ਰਿਹਾ ਹੈ। ਦੇਖੋ, ਤੁਹਾਨੂੰ ਸਭ ਨੂੰ ਸਮਝਣਾ ਪਏਗਾ ਕਿ ਆਪਾਂ ਮਨੁੱਖ ਥੋੜੇ ਜਿਹੇ ਸਮੇਂ 'ਚ ਹੀ ਬਹੁਤ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੀ ਸਾਡੇ ਮਨ ਨੂੰ ਅਚੰਭੇ 'ਚ ਪਾ ਰਿਹਾ। ਸਾਡੇ ਵਿਕਾਸ ਬਾਰੇ ਤਾਂ ਜ਼ਰਾ ਸੋਚੋ। ਜਿਹੜਾ ਆਧੁਨਿਕ ਮਾਨਵ ਹੈ, ਇਹ ਤਾਂ ਕੁਝ ਸਹਸਰਵਦੀਆਂ ਪਹਿਲਾਂ ਹੀ ਇਸ ਧਰਤੀ ਤੇ ਵਿਕਸਿਤ ਹੋਇਆ ਹੈ। ਬੇਸ਼ੱਕ ਸਾਡੇ ਕੋਲ ਕੁਝ ਪੈਦਾਇਸ਼ੀ ਕਾਬਲੀਅਤਾਂ ਸਨ, ਪਰ ਫਿਰ ਵੀ ਇਹਨਾਂ ਨੂੰ ਪੱਕਾ ਕਰਨ ਵਿੱਚ ਬਹੁਤ ਸਾਰਾ ਸਮਾਂ ਲੱਗਿਆ ਤੇ ਇਹ ਕਾਬਲੀਅਤਾਂ ਹੀ ਸਾਨੂੰ ਧਰਤੀ ਉੱਤੇ ਜ਼ਿੰਦਾ ਰੱਖ ਸਕੀਆਂ ਨੇ। ਸਰ, ਕੀ ਇਹਦਾ ਮਤਲਬ ਇਹ ਹੈ ਕਿ ਮਸ਼ੀਨਾਂ ਨੂੰ ਬੁੱਧੀਮਾਨ ਮਨੁੱਖਾਂ ਦੇ ਪੱਧਰ ਤੇ ਲੈ ਕੇ ਆਉਣ ਲਈ ਇੰਨੇ ਹੀ ਸਮੇਂ ਦੀ ਜ਼ਰੂਰਤ ਹੋਏਗੀ? ਨਹੀਂ ਮੇਰੇ ਬੱਚੇ, ਮੇਰਾ ਇਹ ਮਤਲਬ ਨਹੀਂ। ਕਿਉਂਕਿ ਕੰਪਿਊਟਰ ਵਧੇਰੇ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਨੇ। ANN ਵਧ ਰਹੀ ਕੰਪਿਊਟਰ ਸ਼ਕਤੀ ਦਾ ਲਾਭ ਉਠਾ ਰਹੇ ਨੇ। ਇਸ ਦੇ ਨਾਲ ਹੀ ਅਸੀਂ ਵੱਡੀ ਮਾਤਰਾ 'ਚ ਡਾਟਾ ਇਕੱਠਾ ਕਰਨ ਦੇ ਸਮਰੱਥ ਹਾਂ। ਹੁਣ ਦੇਖੋ, 3 ਦਹਾਕੇ ਪਹਿਲਾਂ ਸਾਡੇ ਕੋਲ ਗੂਗਲ ਵਰਗਾ ਇਹੋ ਜਿਹਾ ਕੁਝ ਵੀ ਨਹੀਂ ਸੀ, ਪਰ ਹੁਣ ਸਾਡੇ ਕੋਲ ਸ਼ਾਨਦਾਰ ਸਰਚ ਇੰਜਨ ਨੇ। ਸਾਡੇ ਕੋਲ ਇਹੋ ਜਿਹੇ ਸਰਚ ਇੰਜਨ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਨਾ ਸਿਰਫ ਸਧਾਰਨ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਸਗੋਂ ਇਹੋ ਜਿਹੇ ਸੁੰਦਰ ਚਿੱਤਰ ਵੀ ਬਣਾ ਸਕਦੇ ਹਾਂ ਜੋ ਕਿ ਰੋਬੋਟਾਂ ਦੀ ਸਿਖਲਾਈ 'ਚ ਸਾਡੀ ਸਹਾਇਤਾ ਕਰ ਸਕਦੇ ਨੇ। ਇਸ ਦਾ ਮਤਲਬ ਤਾਂ ਇਹ ਹੋਇਆ ਸਰ
ਕਿ ਮਸ਼ੀਨਾਂ ਬਿਹਤਰ ਢੰਗ ਨਾਲ ਸਿੱਖ ਰਹੀਆਂ ਨੇ? ਬਿਲਕੁਲ ਵੱਖਰੀ ਪਹੁੰਚ ਹੈ ਬੇਟਾ ਇਹ। ਉਹਨਾਂ ਦਿਨਾਂ ਬਾਰੇ ਸੋਚੋ ਜਦੋਂ ਬਣਾਉਟੀ ਬੌਧਿਕਤਾ ਅਜੇ ਆਈ ਹੀ ਸੀ। ਉਹ ਤਾਂ ਪ੍ਰਤੀਕਾਤਮਕ ਬਣਾਉਟੀ ਬੌਧਿਕਤਾ ਦੇ ਦਿਨ ਸਨ। ਇਹ ਮਾਰਵਿਨ ਮਿਨਸਕੀ ਵਰਗੇ ਮੋਢੀਆਂ ਨੇ ਕਿਹਾ ਕਿ ਇਹ ਪ੍ਰੋਗਰਾਮਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਐਲਗੋਰਿਦਮ ਨੂੰ ਸਪਸ਼ਟ ਤੌਰ ਤੇ ਪ੍ਰੋਗਰਾਮ ਕਰਨ ਜਿਹਦੇ ਰਾਹੀਂ ਸਿਸਟਮ ਚੱਲਦਾ ਹੈ। ਪਰ ਹੁਣ ANN ਨੇ ਇਹ ਪਹੁੰਚ ਹੀ ਬਦਲ ਦਿੱਤੀ ਹੈ। ਹੁਣ ਸਿਸਟਮ ਡਾਟਾ ਤੋਂ ਸਿੱਖਦਾ ਹੈ। 1980ਵਿਆਂ ਦੇ ਅੰਤ ਤੋਂ ਆਧੁਨਿਕ ANNs ਤੰਤੂ ਵਿਗਿਆਨ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਨੂੰ ਆਪਣਾ ਆਧਾਰ ਬਣਾ ਰਹੇ ਨੇ। ANN ਵਿੱਚ ਡੂੰਘੇ ਨੈਟਵਰਕ ਲਈ ਬਹੁਤ ਘੱਟ ਮਨੁੱਖੀ ਦਖਲ ਦੀ ਜ਼ਰੂਰਤ ਹੁੰਦੀ ਹੈ। ਬੇਟਾ ਉਹ ਤਾਂ ਡਾਟਾ ਤੋਂ ਹੀ ਸਿੱਖ ਜਾਂਦੇ ਨੇ। ਕਿ ਆਪਣੀ ਇਸ ਕੰਪਨੀ ਨੇ ਇਸ ਸੰਬੰਧ ਵਿੱਚ ਕੁਝ ਬਣਾਇਆ ਹੈ? ਮੇਰਾ ਮਤਲਬ ਕੁਝ ਅਜਿਹਾ ਜੋ ਗਰਾਊਂਡ ਬ੍ਰੇਕਿੰਗ ਕਿਹਾ ਜਾ ਸਕਦਾ ਹੋਵੇ। ਹਾਂ ਸਰ, ਮੈਂ ਵੀ ਇਹੀ ਜਾਣਨ ਲਈ ਉਤਸੁਕ ਹਾਂ। ਤੁਹਾਡੀ ਬਾਜ਼ਾਰ ਵਿੱਚ ਬਹੁਤ ਹੀ ਜ਼ਿਆਦਾ ਇੱਜ਼ਤ ਹੈ, ਕੀ ਕਾਰਨ ਹੈ ਸਰ? ਬੱਚਿਓ, ਇਹ ਨਾ ਕਹੋ ਕਿ ਤੁਹਾਡੀ, ਇਹ ਕਹੋ ਕਿ ਸਾਡੀ, ਕਿਉਂਕਿ ਤੁਸੀਂ ਸਾਰੇ ਹੁਣ ਇਸ ਕੰਪਨੀ ਦਾ ਹਿੱਸਾ ਹੋ। ਹਾਂ, ਬੇਸ਼ੱਕ ਕੁਝ ਕੁ ਰਾਜ਼ ਇਹੋ ਜਿਹੇ ਹੁੰਦੇ ਨੇ ਜੋ ਹਰ ਕੰਪਨੀ ਪੂਰੀ ਹਿਫਾਜ਼ਤ ਨਾਲ ਸਾਂਭ ਕੇ ਰੱਖਦੀ ਹੈ। ਅਸੀਂ ਵੀ ਕੋਈ ਇਸ ਤੋਂ ਅਲੱਗ ਨਹੀਂ ਹਾਂ। ਮੈਨੂੰ ਇਸ ਸ਼੍ਰੇਣੀ ਵਿੱਚ ਇਸ ਬਾਰੇ ਦੱਸਣ ਦਾ ਅਧਿਕਾਰ ਨਹੀਂ ਹੈਗਾ। ਜਿਉਂ-ਜਿਉਂ ਤੁਸੀਂ ਇਸ ਸਿਸਟਮ ਨਾਲ ਇੱਕਮਿਕ ਹੁੰਦੇ ਜਾਓਗੇ, ਤੁਹਾਨੂੰ ਵੀ ਉਹਨਾਂ ਰਾਜ਼ਾਂ ਦਾ ਪਤਾ ਲੱਗਦਾ ਹੀ ਜਾਏਗਾ। ਸਰ, ਘੱਟੋ ਘੱਟ ਸਾਨੂੰ ਇਹ ਤਾਂ ਦੱਸੋ ਕਿ ਸਾਡੀ ਕੰਪਨੀ ਬਹੁਤ ਜ਼ਿਆਦਾ ਬੁੱਧੀਮਾਨ ਸਾਈਬੋਰਗ ਜੋ ਅਸੀਂ ਫਿਲਮਾਂ 'ਚ ਵੇਖਦੇ ਹਾਂ ਉਹਨਾਂ ਦੇ ਉਤਪਾਦਨ ਦੀ ਸਥਿਤੀ 'ਚ ਹੈ ਕਿ ਨਹੀਂ? ਰਘੂ ਜੀ, ਯੂ ਆਰ ਐਨ ਇੰਜੀਨੀਅਰ। ਤੁਸੀਂ ਕੋਈ ਆਮ ਫਿਲਮ ਵੇਖਣ ਵਾਲੇ ਦਰਸ਼ਕ ਨਹੀਂ ਹੋ। ਸੌਰੀ ਸਰ। ਹਾਂ, ਜੇ ਤੁਸੀਂ ਆਸ਼ਾਵਾਦੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਉਮੀਦਾਂ ਠੋਸ ਆਧਾਰ ਤੇ ਬਣਾਉਣੀਆਂ ਚਾਹੀਦੀਆਂ ਨੇ, ਨਾ ਕਿ ਕਲਪਨਾਸ਼ੀਲਤਾ ਤੇ। ਹਾਲ ਦੇ ਸਾਲਾਂ ਵਿੱਚ AI ਦੇ ਖੇਤਰ ਵਿੱਚ ਆਮ ਤਰੱਕੀ ਬਹੁਤ ਸ਼ਾਨਦਾਰ ਰਹੀ ਹੈ। ਹਾਲਾਂਕਿ ਸਾਡੀ ਕੰਪਨੀ ਨੇ ਮਸ਼ੀਨ ਸਿਖਲਾਈ ਨੂੰ ਤੇਜ਼ ਕਰਨ ਲਈ ਇੱਕ ਵੱਖਰੀ ਪਹੁੰਚ ਨੂੰ ਅਪਣਾਇਆ ਹੈ। ਸਿਰਫ ਇਹੀ ਨਹੀਂ, ਅਸੀਂ ਉਹਨਾਂ ਕੁਝ ਰੁਕਾਵਟਾਂ ਨੂੰ ਪਾਰ ਕਰਨ ਦੇ ਬਹੁਤ ਨੇੜੇ ਹਾਂ ਬੱਚਿਓ, ਜਿਨ੍ਹਾਂ ਵਿੱਚੋਂ ਕਿਸੇ ਨੂੰ ਹੀ ਸਾਡੇ ਬਰਾਬਰ ਦਿਆਂ ਨੇ ਅਜੇ ਤੱਕ ਸਰ ਨਹੀਂ ਕੀਤਾ। ਅੱਛਾ। ਓ ਸੌਰੀ ਟ੍ਰੇਨੀਜ਼, ਮੈਨੂੰ ਜ਼ਰਾ ਫੋਨ ਸੁਣਨਾ ਪੈਣਾ। ਯੈਸ, ਮੇਅਰ ਸਪੀਕਿੰਗ। ਡਾਕਟਰ ਹਰਬਾਗ, ਕਿੱਥੋਂ ਜੀ? ਠੀਕ ਹੈ, ਠੀਕ ਹੈ, ਆਈ ਐਮ ਕਮਿੰਗ। ਮੈਂ ਆ ਰਿਹਾ, ਮੈਨੂੰ ਸਿਰਫ ਅੱਧਾ ਘੰਟਾ ਦੇ ਦਿਓ। ਯੈਸ। ਕੀ ਹੋਇਆ ਸਰ? ਕੁਝ ਗੜਬੜ ਹੈ? ਤੁਸੀਂ ਬਹੁਤ ਘਬਰਾਏ ਹੋਏ ਦਿਸ ਰਹੇ ਹੋ। ਓ ਮਾਈ ਗॉड, ਇਹ ਕਿਵੇਂ ਹੋ ਸਕਦਾ ਹੈ ਇੰਨੀ ਜਲਦੀ? ਨਹੀਂ ਨਹੀਂ ਨਹੀਂ। ਸਰ, ਤੁਸੀਂ ਠੀਕ ਤਾਂ ਹੋ ਨਾ? ਪਾਣੀ ਲੈ ਕੇ ਆਵਾਂ ਮੈਂ? ਨਹੀਂ ਬੇਟਾ, ਨਹੀਂ ਬੇਟਾ, ਆਈ ਐਮ ਆਲ ਰਾਈਟ, ਠੀਕ ਹਾਂ ਮੈਂ। ਆਈ ਐਮ ਸੌਰੀ, ਮੈਨੂੰ ਜ਼ਰਾ ਹਸਪੀਟਲ ਜਾਣਾ ਪੈਣਾ ਜਲਦੀ। ਸਰ, ਪਰ ਕੀ ਉੱਥੇ ਤੁਹਾਡਾ ਕੋਈ ਰਿਸ਼ਤੇਦਾਰ ਦਾਖਲ ਹੈ? ਆਈ ਮੀਨ, ਅਸੀਂ ਆ ਸਕਦੇ ਹਾਂ ਤੁਹਾਡੇ ਨਾਲ? ਥੈਂਕਸ, ਇਸ ਦੀ ਲੋੜ ਨਹੀਂ। ਇਹ ਕਿਵੇਂ ਹੋ ਸਕਦਾ ਹੈ? ਨੋ, ਇੰਨੀ ਜਲਦੀ? ਸਰ, ਮੈਨੂੰ ਲੱਗਦਾ ਸਾਡੇ ਵਿੱਚੋਂ ਘੱਟੋ ਘੱਟ ਇੱਕ ਜਾਣੇ ਨੂੰ ਤੁਹਾਡੇ ਨਾਲ ਜਾਣਾ ਚਾਹੀਦਾ ਹੈ। ਹਾਂ, ਮੈਂ ਜਾ ਸਕਦੀ ਹਾਂ। ਨਿਧੀ ਮੈਨੂੰ ਬਾਅਦ 'ਚ ਹੋਰ ਕਲਾਸਾਂ ਦੇ ਨੋਟਸ ਦੇ ਸਕਦੀ ਹੈ। ਕਿਰਪਾ ਕਰਕੇ ਨਾ ਕਰੋ ਸਰ। ਠੀਕ ਹੈ। ਤੁਸੀਂ ਆ ਗਏ? ਇਹ ਤੁਹਾਡੇ ਨਾਲ ਲੇਡੀਜ਼ ਕੌਣ ਨੇ? ਜੀ, ਇਹ ਮੇਰੇ ਕੁਲੀਗਸ ਨੇ, ਸਾਡੇ ਕੰਪਨੀ ਦੇ ਕਰਮਚਾਰੀ। ਮਿਹਰ ਜੀ, ਇਸ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ। ਮੈਂ ਤੁਹਾਡੇ ਕੁਲੀਗਸ ਦੀ ਮੌਜੂਦਗੀ 'ਚ ਇਸ ਬਾਰੇ ਗੱਲ ਕਰ ਸਕਦਾ? ਡਾਕਟਰ ਹਰਬਾਗ, ਸ਼ੋਰ, ਪਲੀਜ਼ ਮੈਨੂੰ ਅੱਗੇ ਦੱਸੋ। ਇਹ ਸਾਡੀ ਕੰਪਨੀ ਦਾ ਹਿੱਸਾ ਨੇ, ਕਰੋ ਗੱਲ। ਮੈਂ ਸਮਝ ਨਹੀਂ ਰਿਹਾ ਕਿ ਹੋ ਕੀ ਰਿਹਾ। ਮਨੁੱਖੀ ਸਰੀਰ ਤੇ ਤੁਹਾਡੀ ਮਸ਼ੀਨ ਦੋਵੇਂ ਗਾਇਬ ਹੋ ਗਏ ਨੇ। ਡਾਕਟਰ ਸਾਹਿਬ, ਤੁਸੀਂ ਕਦੋਂ ਕੁ ਦੇਖਿਆ? ਸਵੇਰੇ। ਅਭਿਸ਼ੇਕ ਤੇ ਸ਼੍ਰੀਲਤਾ ਦੋਵੇਂ ਅੱਜ ਛੁੱਟੀ ਤੇ ਨੇ। ਜਦੋਂ ਮੈਂ ਹਸਪਤਾਲ ਦਾਖਲ ਹੋਇਆ ਤਾਂ ਸਿਸਟਰ ਮੇਰੇ ਵੱਲ ਭੱਜੀ ਆਈ। ਉਹ ਰੋ ਰਹੀ ਸੀ। ਉਹ ਇਸ ਬਾਰੇ ਕਿਸੇ ਨੂੰ ਨਹੀਂ ਸੀ ਦੱਸ ਸਕਦੀ ਕਿਉਂਕਿ ਅਸੀਂ ਉਹਨਾਂ ਨੂੰ ਖਬਰ ਲੀਕ ਨਾ ਕਰਨ ਦੀ ਚੇਤਾਵਨੀ ਦਿੱਤੀ ਹੋਈ ਸੀ। ਇੱਥੋਂ ਤੱਕ ਕਿ ਸੁਪਰਡੈਂਟ ਨੂੰ ਵੀ ਅਜੇ ਤੱਕ ਸੂਚਿਤ ਨਹੀਂ ਕੀਤਾ ਗਿਆ। ਡਾਕਟਰ ਸਾਹਿਬ, ਜੋ ਕੁਝ ਵੀ ਵਾਪਰਿਆ ਉਸ ਬਾਰੇ ਕੁਝ ਵੀ ਨਹੀਂ ਪਤਾ? ਕੋਈ ਵੀ ਸੁਰਾਗ ਨਹੀਂ ਮਿਹਰ। ਇੱਕ ਮਿੰਟ ਇੰਤਜ਼ਾਰ ਕਰੋ। ਮੈਨੂੰ ਇੱਕ ਮਰੀਜ਼ ਦੇ ਪਰਿਵਾਰ ਨੂੰ ਕੁਝ ਸਲਾਹ ਦੇਣੀ ਪਏਗੀ। ਤੁਸੀਂ ਇੰਤਜ਼ਾਰ ਕਰੋ, ਮੈਂ ਹੁਣੇ ਕੁਝ ਮਿੰਟਾਂ 'ਚ ਹੀ ਵਾਪਸ ਆ ਰਿਹਾ। ਪਲੀਜ਼, ਠੀਕ ਹੈ, ਟੇਕ ਯੂਰ ਟਾਈਮ, ਵੀ ਵਿਲ ਵੇਟ। ਸਰ,
ਅਸੀਂ ਸੰਖਿਆ ਨਾਲ ਮਰ ਰਹੇ ਹਾਂ। ਕਿਰਪਾ ਕਰਕੇ ਸਾਨੂੰ ਦੱਸੋ ਕਿ ਆਖਿਰ ਹੋਇਆ ਕੀ ਹੈ। ਜੋ ਡਾਕਟਰ ਹਰਬਾਗ ਨੇ ਕਿਹਾ ਤੁਸੀਂ ਸੁਣਿਆ ਨਾ? ਦੋਵੇਂ ਗਾਇਬ ਹੋ ਗਏ ਨੇ ਬਸ। ਸਰ, ਸਾਨੂੰ ਕੁਝ ਸਾਫ਼-ਸਾਫ਼ ਦੱਸੋ ਕਿ ਤੁਸੀਂ ਮਨੁੱਖੀ ਸਰੀਰ ਬਾਰੇ ਬਿਲਕੁਲ ਅਣਜਾਣ ਹੋ। ਸਰ, ਸਾਡੇ ਕੋਲ ਇੱਕ ਹੰਚ ਹੈ ਜੋ ਤੁਸੀਂ ਮੇਰਾ ਮਤਲਬ ਹੈ ਸਰ ਪਲੀਜ਼ ਤੁਸੀਂ ਨਾ ਪਹਿਲਾਂ ਸ਼ਾਂਤ ਹੋ ਜਾਓ। ਤੁਸੀਂ ਆਪਣੇ ਪੇਸ਼ੇਵਰ ਖੇਤਰ 'ਚ ਇੱਕ ਆਗੂ ਹੋ। ਤੁਹਾਨੂੰ ਕੋਈ ਵੀ ਨੀਚਾ ਨਹੀਂ ਵਿਖਾ ਸਕਦਾ। ਤੁਸੀਂ ਜੋ ਵੀ ਜਾਣਦੇ ਹੋ ਕਿਰਪਾ ਕਰਕੇ ਸਾਡੇ ਨਾਲ ਸ਼ੇਅਰ ਕਰੋ। ਮੈਂ ਜਾਣਦੀ ਹਾਂ ਕਿ ਮੈਂ ਕੰਪਨੀ ਦੀ ਇੱਕ ਨਵੀਂ ਮੈਂਬਰ ਹਾਂ, ਪਰ ਕਈ ਵਾਰੀ ਕੋਈ ਨਵਾਂ ਵਿਅਕਤੀ ਵੀ ਕੁਝ ਸੁਝਾਅ ਦਿੰਦਾ ਹੈ। ਯੈਸ, ਮੈਂ ਉਸ ਆਦਮੀ ਨੂੰ ਜਾਣਦਾ। ਉਸ ਦਾ ਨਾਂ ਹੈ ਲੋਕੇਸ਼। ਉਹ ਇੱਕ ਵੱਡੀ ਪ੍ਰਯੋਗਸ਼ਾਲਾ 'ਚ ਵਿਗਿਆਨਕ ਸਹਾਇਕ ਵਜੋਂ ਕੰਮ ਕਰਦਾ ਹੈ ਤੇ ਉਹ ਬਹੁਤ ਹੀ ਐਂਬੀਸ਼ੀਅਸ ਯਾਨੀ ਅਭਿਲਾਸ਼ੀ ਵਿਅਕਤੀ ਹੈ। ਸਰ, ਪਰ ਉਸ ਨਾਲ ਕੀ ਸਮੱਸਿਆ ਹੈ? ਅੱਜ ਦੀ ਦੁਨੀਆ ਦੇ ਵਿੱਚ ਤਾਂ ਹਰ ਕੋਈ ਐਂਬੀਸ਼ੀਅਸ ਹੈ। ਯੂ ਮਸਟ ਨੋ ਕਿ ਇੱਥੋਂ ਤਕਰੀਬਨ 200 ਕਿਲੋਮੀਟਰ ਦੂਰ ਚਪਟੀ ਚੋਟੀ ਵਾਲੀ ਇੱਕ ਪਹਾੜੀ ਹੈ। ਹਾਂਜੀ ਹਾਂਜੀ ਸਰ, ਪਤਾ ਹੈ ਮੈਨੂੰ। ਇਹ ਇੱਕ ਸੰਘਣੀ ਜੰਗਲ ਨਾਲ ਘਿਰੀ ਹੋਈ ਹੈ। ਆਮ ਹੀ ਸੁਣਿਆ ਜਾਂਦਾ ਹੈ ਕਿ ਬਹੁਤ ਟਾਵੇਂ ਲੋਕ ਹੀ ਇਸ ਖੇਤਰ 'ਚ ਪੈਰ ਧਰਦੇ ਨੇ ਕਿਉਂਕਿ ਉੱਥੇ ਜ਼ਹਿਰੀਲੇ ਰੈਪਟਾਈਲਸ ਨੇ ਤੇ ਰਾਈਟ, ਬਿਲਕੁਲ ਸਹੀ ਹੈ। ਇੱਥੇ ਕਈ ਕਿਸਮ ਦੇ ਪੌਦੇ ਵੀ ਨੇ ਬਹੁਤ ਜ਼ਹਿਰੀਲੇ ਤੇ ਉਹਨਾਂ ਦੇ ਪੱਤੇ ਜੇ ਉਹ ਸਰੀਰ ਦੇ ਕਿਸੇ ਖੁੱਲ੍ਹੇ ਜ਼ਖਮ ਦੇ ਸੰਪਰਕ 'ਚ ਆ ਜਾਣ ਤਾਂ ਜਾਨਲੇਵਾ ਹੋ ਸਕਦੇ ਨੇ। ਪਰ ਫਿਰ ਵੀ ਅਨਿਰਬਾਨ ਰੋਬੋਟ ਤੇ ਲੋਕੇਸ਼ ਨੇ ਜੰਗਲ ਦੇ ਅੰਦਰ ਦੂਰ ਤੱਕ ਜਾਣ ਤੇ ਪਹਾੜੀ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਕਿਉਂ? ਇਹ ਮੰਨਿਆ ਜਾਂਦਾ ਹੈ ਕਿ ਪਹਾੜੀ ਦੀ ਚੋਟੀ ਤੇ ਇੱਕ ਬਹੁਤ ਵੱਡਾ ਟੋਆ ਹੈ ਜੋ ਕਿ ਇੱਕ ਉਲਕਾ ਪਿੰਡ ਤੇ ਡਿੱਗਣ ਨਾਲ ਬਣਿਆ। ਇੱਕ ਭੂ ਵਿਗਿਆਨੀ ਨੇ 5 ਸਾਲ ਪਹਿਲਾਂ ਹੈਲੀਕਾਪਟਰ ਰਾਹੀਂ ਇਸ ਖੇਤਰ ਦਾ ਸਰਵੇਖਣ ਕੀਤਾ ਸੀ ਤੇ ਉਸ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਸੀ। ਉਹਨੇ ਕੁਝ ਅਜਿਹਾ ਵੀ ਕਿਹਾ ਸੀ ਜਿਸ 'ਚ ਲੋਕੇਸ਼ ਨੂੰ ਬਹੁਤ ਦਿਲਚਸਪੀ ਹੈ। ਕੀ ਕਿਹਾ ਸੀ ਸਰ ਉਸ ਵਿਗਿਆਨੀ ਨੇ? ਉਸ ਨੇ ਇਹ ਕਿਹਾ ਸੀ ਕਿ ਉਸ ਕ੍ਰੇਟਰ ਵਿੱਚ ਕੁਝ ਵਿਸ਼ੇਸ਼ ਤੱਤ ਹੋ ਸਕਦੇ ਨੇ, ਕੋਈ ਇਹੋ ਜਿਹੀ ਧਾਤ ਜੋ ਧਰਤੀ ਉੱਪਰ ਨਹੀਂ ਮਿਲਦੀ। ਇੱਕ ਸਥਾਨਕ ਅਖਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਸ ਨੇ ਇਹ ਵੀ ਆਖਿਆ ਸੀ ਭਈ ਜੇ ਉਸ ਧਾਤੂ ਨੂੰ ਪਾਣੀ 'ਚ ਘੋਲ ਕੇ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇੱਕ ਅਚਰਜ ਕਿਸਮ ਦੀ ਦਵਾਈ ਬਣ ਸਕਦੀ ਹੈ। ਮੇਰੇ ਲਈ ਤਾਂ ਨਿਰੀ ਬਕਵਾਸ ਹੈ। ਸਰ, ਭੂ ਵਿਗਿਆਨੀ ਇਸ ਤਰ੍ਹਾਂ ਕਿਵੇਂ ਕਿਸੇ ਸਿੱਟੇ ਤੇ ਪੁੱਛ ਸਕਦੇ ਨੇ? ਸ਼ਾਇਦ ਤੁਸੀਂ ਸਹੀ ਹੋ, ਪਰ ਲੋਕੇਸ਼ ਨੇ ਉਸ ਭੂ ਵਿਗਿਆਨੀ ਦੇ ਸ਼ਬਦ ਯਾਦ ਰੱਖੇ। ਇਸ ਸੋਨੇ ਦੀ ਇੱਛਾ ਨੇ ਉਹਦੇ ਸਿਰ 'ਚ ਤਣਾਅ ਪੈਦਾ ਕਰ ਦਿੱਤਾ। ਸੋਨਾ? ਸਰ, ਤੁਸੀਂ ਕਿਹਾ ਕਿ ਇਹ ਕੁਝ ਭਾਰੀ ਪਦਾਰਥ ਹੋ ਸਕਦਾ ਹੈ। ਲਿਲੀ ਬੇਟਾ, ਮੈਂ ਧਨ ਦੌਲਤ ਲਈ ਤੇ ਅਮੀਰ ਬਣਨ ਦੇ ਲਈ ਮਨੁੱਖ ਦੀ ਸਦੀਵੀ ਇੱਛਾ ਦੀ ਗੱਲ ਕਰ ਰਿਹਾ। ਉਹ ਚਾਹੁੰਦਾ ਸੀ ਕਿ ਉਹ ਉਸ ਧਾਤ ਨੂੰ ਲੱਭੇ, ਇਸ ਤੋਂ ਕੋਈ ਹੈਰਾਨੀਜਨਕ ਦਵਾਈ ਤਿਆਰ ਕਰੇ। ਉਹ ਉਸ ਦਾ ਵਪਾਰ ਕਰਨ ਲਈ ਇੱਕ ਕੰਪਨੀ ਖੋਲ੍ਹਣ ਦੀ ਉਮੀਦ ਰੱਖ ਰਿਹਾ ਸੀ। ਅਜਿਹਾ ਲੱਗਦਾ ਹੈ ਕਿ ਮਾਮਲਾ ਸਮਝ ਆ ਰਿਹਾ ਹੈ। ਸਰ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਲੋਕੇਸ਼ ਨੇ ਉਸ ਬੁੱਧੀਮਾਨ ਰੋਬੋਟ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਮਸ਼ੀਨ ਨੂੰ ਵੀ ਲਾਲਚੀ ਬਣਾ ਦਿੱਤਾ। ਮੈਂ ਇਸ ਤੇ ਵਿਸ਼ਵਾਸ ਨਹੀਂ ਕਰ ਸਕਦੀ ਸਰ। ਦੋਨੇ ਸੋਨੇ ਦੀ ਭਾਲ ਦੇ ਵਿੱਚ ਨਿਕਲ ਗਏ। ਬਿਲਕੁਲ ਤੇ ਰਸਤੇ 'ਚ ਉਹਨਾਂ ਨਾਲੋਂ ਮੰਦਭਾਗਾ ਐਕਸੀਡੈਂਟ ਹੋ ਗਿਆ। ਮਿਹਰ, ਤੁਸੀਂ ਇਸ ਸਾਰੇ ਵਿੱਚੋਂ ਕੀ ਸਿੱਟਾ ਕੱਢਦੇ ਹੋ? ਅਸੀਂ ਤਾਂ ਹੁਣ ਬਹੁਤ ਮੁਸੀਬਤ ਵਿੱਚ ਹਾਂ। ਆਈ ਕੈਨ ਅੰਡਰਸਟੈਂਡ ਸਰ। ਬਸ ਮੈਨੂੰ ਇੰਨਾ ਕੁ ਦੱਸੋ ਕਿ ਡਾਕਟਰ ਅਭਿਸ਼ੇਕ ਨੇ ਕਮਰੇ ਵਿੱਚ ਰਾਤ ਭਰ ਕੰਮ ਕੀਤਾ ਸੀ। ਮੇਰਾ ਮਤਲਬ ਹੈ ਉਹਨਾਂ ਨੇ ਉਸ ਜ਼ਖਮੀ ਆਦਮੀ ਬਾਰੇ ਕੰਪਿਊਟਰ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਦਰਜ ਵੀ ਕੀਤੀ ਸੀ। ਹਾਂ, ਉਸਨੇ ਇਸ ਤਰ੍ਹਾਂ ਹੀ ਕੀਤਾ। ਉਹ ਇਦਾਂ ਕਰਨ ਦਾ ਆਦੀ ਹੈ। ਪੁਰਾਣੇ ਜ਼ਮਾਨੇ ਵਾਲਾ ਡੈਸਕਟਾਪ ਕੰਪਿਊਟਰ ਅਜੇ ਵੀ ਉਸ ਦਾ ਪਸੰਦੀਦਾ ਹੈ। ਉਹ ਸਾਡੇ ਆਧੁਨਿਕ ਕੰਪਿਊਟਰਾਂ ਨੂੰ ਨਹੀਂ ਛੂਏਗਾ। ਪਰ ਤੁਸੀਂ ਉਸ ਬਾਰੇ ਕਿਉਂ ਪੁੱਛਦੇ ਹੋ? ਸਰ, ਕੀ ਤੁਸੀਂ ਬੇਰਾਮ ਮਹਿਸੂਸ ਕਰ ਰਹੇ ਹੋ? ਮਿਹਰ, ਕੀ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ? ਨਹੀਂ ਡਾਕਟਰ ਹਰਬਾਗ, ਇਟਸ ਆਲਰਾਈਟ। ਸਾਡੀ ਮਸ਼ੀਨ ਨੇ ਕੁਝ ਕ੍ਰਾਂਤੀਕਾਰੀ ਕੰਮ ਕੀਤਾ ਹੈ। ਇਸ ਨੇ ਖੁਦ ਬਖੁਦ ਇੱਕ ਮਨੁੱਖ ਦਾ ਇਲਾਜ ਕੀਤਾ ਤੇ ਉਸ ਨੂੰ ਆਪਣੇ ਆਪ ਜਿਉਂਦਿਆਂ ਕਰ ਦਿੱਤਾ। ਕਮਾਲ ਹੈ, ਕਮਾਲ। ਮਿਹਰ, ਤੁਸੀਂ ਕਿਉਂ ਜੀ ਬੇਤੁਕੀ ਗੱਲ ਕਰ ਰਹੇ ਹੋ? ਕੀ ਤੁਹਾਡਾ ਦਿਮਾਗ ਚਕਰਾ ਗਿਆ ਹੈ? ਨਹੀਂ ਡਾਕਟਰ ਹਰਬਾਗ, ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਹਾਂ। ਅਸੀਂ ਆਪਣਾ ਰੋਬੋਟ ਅਨਿਰਬਾਨ ਪੁਲਾੜੀ ਯਾਤਰਾ ਵਿੱਚ ਡਾਕਟਰੀ ਸਹਾਇਤਾ ਦੇ ਸਕਣ ਵਾਲਾ ਬਣਾਇਆ ਸੀ, ਪਰ ਕਿਸੇ ਤਰ੍ਹਾਂ ਸਾਡਾ ਇਕਰਾਰਨਾਮਾ ਰੱਦ ਹੋ ਗਿਆ ਤੇ ਮਸ਼ੀਨ ਨੂੰ ਅੱਗੇ ਸਿਖਲਾਈ ਨਹੀਂ ਸੀ ਦਿੱਤੀ ਗਈ। ਪਰ ਮੈਂ ਉਸ ਦੀ ਯੋਗਤਾ ਨੂੰ
ਖਤਮ ਵੀ ਨਹੀਂ ਸੀ ਕੀਤਾ। ਮੈਂ ਇਸ ਨੂੰ ਹਾਈਬਰਨੇਟ ਯਾਨੀ ਨੀਂਦ ਵਾਲੀ ਸਟੇਟ ਵਿੱਚ ਰੱਖਿਆ ਸੀ। ਬਾਅਦ 'ਚ ਇੱਕ ਮਸ਼ਹੂਰ ਵਿਗਿਆਨਕ ਪ੍ਰਯੋਗਸ਼ਾਲਾ ਦੁਆਰਾ ਮੰਗਿਆ ਗਿਆ ਸੀ ਤੇ ਅਸੀਂ ਇਸ ਨੂੰ 10 ਸਾਲਾਂ ਲਈ ਕਿਰਾਏ ਤੇ ਦੇ ਦਿੱਤਾ ਸੀ। ਤੁਹਾਡਾ ਕਹਿਣਾ ਹੈ ਕਿ ਹਾਈਬਰਨੇਸ਼ਨ ਦੀ ਮਿਆਦ ਹੁਣ ਖਤਮ ਹੋ ਗਈ ਹੈ। ਡਾਕਟਰ ਹਰਬਾਗ, ਮੈਨੂੰ ਤਾਂ ਖੁਦ ਕੁਝ ਸਮਝ ਨਹੀਂ ਆ ਰਿਹਾ, ਬਟ ਮੈਂ ਅੰਦਾਜ਼ਾ ਲਗਾ ਸਕਦਾ। ਕੀ ਅੰਦਾਜ਼ਾ ਸਰ? ਅਨਿਰਬਾਨ ਨੂੰ ਕੰਪਿਊਟਰ ਤੋਂ ਜਾਣਕਾਰੀ ਪੜ੍ਹਨ ਵਿੱਚ ਕੋਈ ਮੁਸ਼ਕਲ ਨਹੀਂ ਹੈ ਬੇਟਾ। ਡਾਕਟਰ ਅਭਿਸ਼ੇਕ ਨੇ ਜਿਹੜੀ ਜਾਣਕਾਰੀ ਦਾਖਲ ਕੀਤੀ ਹੋਵੇਗੀ ਉਹ ਸਾਰੀ 1 ਸਕਿੰਟ ਦੇ ਛੋਟੇ ਜਿਹੇ ਹਿੱਸੇ ਵਿੱਚ ਅਨਿਰਬਾਨ ਨੇ ਆਪਣੇ 'ਚ ਸਮੇਟ ਲਈ ਹੋਏਗੀ। ਮੈਨੂੰ ਇਹ ਤਾਂ ਨਹੀਂ ਪਤਾ ਬਈ ਉਹਨੇ ਆਪਣੇ ਨੁਕਸ ਨੂੰ ਕਿਵੇਂ ਠੀਕ ਕੀਤਾ ਹੋਏਗਾ, ਪਰ ਮਨੁੱਖ ਦੇ ਸਰੀਰ ਤੇ ਕੀਤੇ ਆਪਰੇਸ਼ਨ ਬਾਰੇ ਡੈਫੀਨਿਟਲੀ ਕਹਿ ਸਕਦਾ। ਮਿਹਰ, ਇਹ ਨਿਰੀ ਕਲਪਨਾ ਹੈ, ਉਹ ਵੀ ਨਿਰੀ ਝੂਠੀ। ਉਸ ਆਦਮੀ ਨੂੰ ਜਿਸ ਕਿਸਮ ਦੀ ਜਟਲ ਨਿਊਰੋ ਸਰਜਰੀ ਦੀ ਜ਼ਰੂਰਤ ਸੀ, ਉਹ ਕੋਈ ਬੱਚਿਆਂ ਦਾ ਖੇਡ ਨਹੀਂ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਹਾਂ ਸਰ, ਪਰ ਮੈਂ ਇਹ ਵੀ ਜਾਣਦਾ ਕਿ ਰਾਤੋਂ ਰਾਤ ਅਸੰਭਵ ਕੰਮ ਸੰਭਵ ਹੋ ਗਿਆ। ਇਸ ਨੂੰ ਇੱਕ ਮਸ਼ੀਨ ਦੀ ਗਹਿਰੀ ਸਿਖਲਾਈ ਤੇ ਯੂਰੇਕਾ ਪਲ ਵੀ ਕਿਹਾ ਜਾਂਦਾ ਹੈ। ਅਸੀਂ ਜਾਣਦੇ ਸੀ ਡਾਕਟਰ ਸਾਹਿਬ ਕਿ ਇਹ ਸਭ ਕੁਝ ਸਾਡੀ ਨਿਗਾਹ ਤੋਂ ਦੂਰ ਹੀ ਹੋਵੇਗਾ। ਤੁਹਾਨੂੰ ਕੀ ਲੱਗਦਾ ਸਰ, ਹੁਣ ਉਹ ਕਿੱਥੇ ਹੋਣਗੇ? ਡੈਫੀਨਿਟਲੀ ਪੱਛਮ ਵੱਲ, ਇੱਥੋਂ ਤਕਰੀਬਨ 200 ਕਿਲੋਮੀਟਰ ਦੂਰ। ਉਹੀ ਮਿਹਰ, ਤੁਸੀਂ ਕੀ ਕਹਿ ਰਹੇ ਹੋ? ਕੀ ਤੁਸੀਂ ਉਹਨਾਂ ਨੂੰ ਵੇਖਿਆ? ਮੈਨੂੰ ਵਿਸਤਾਰ 'ਚ ਦੱਸੋ। ਅਸੀਂ ਹੋ ਸਕਦਾ ਹੈ ਕਿ ਪੁਲਿਸ ਨੂੰ ਸੂਚਿਤ ਕਰਨਾ ਪਵੇ। ਮਿਹਰ, ਯੂਰੇਕਾ ਪਲ ਬਹੁਤ ਜਲਦੀ ਆ ਗਿਆ ਹੈ, ਸਾਡੀ ਉਮੀਦ ਤੋਂ ਬਹੁਤ ਪਹਿਲਾਂ। ਮੈਨੂੰ ਪਤਾ ਸੀ, ਆਈ ਵਾਸ ਸ਼ੋਰ ਕਿ ਇਹ ਪਲ ਆਏਗਾ। ਪਰ ਸਰ, ਕਿਰਪਾ ਕਰਕੇ ਡਾਕਟਰ ਹਰਬਾਗ ਨੂੰ ਦੱਸੋ ਕਿ ਉਹਨਾਂ ਨੂੰ ਲੱਭਣਾ ਕਿਵੇਂ ਹੈ। ਮਿਹਰ, ਅਸੀਂ ਮੁਸੀਬਤ 'ਚ ਫਸੇ ਹੋਏ ਹਾਂ। ਕਿਰਪਾ ਕਰਕੇ ਮੈਨੂੰ ਸਭ ਕੁਝ ਦੱਸੋ। ਸਰ, ਬਚਾਓ ਨਾ ਡਾਕਟਰ ਸਾਹਿਬ ਨੂੰ ਇਸ ਮੁਸੀਬਤ ਵਿੱਚੋਂ। ਕਿਹੜੀ ਮੁਸੀਬਤ? ਕਿਹੜਾ ਬਚਾਓ? ਅਜੇ ਵੀ ਤੁਸੀਂ ਨਿਕਲੇ ਨਹੀਂ ਸੁਪਨ ਸੰਸਾਰ ਦੇ ਵਿੱਚੋਂ। ਉਹ ਬਈ, ਇਹ ਤਾਂ ਸਾਰਾ ਇੱਕ ਵਿਗਿਆਨ ਗਲਪ ਸੀ। ਹਕੀਕਤ ਤਾਂ ਅਜੇ ਬਹੁਤ ਦੂਰ ਦੀ ਕੌੜੀ ਹੈ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 25ਵੀਂ ਕੜੀ। ਹੁਣ ਨੋਟ ਕਰੋ ਇਸ ਕੜੀ 'ਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਪਹਿਲਾ, ਇੰਜੀਨੀਅਰ ਨੇ ਯੂਰੇਕਾ ਪਲ ਕਿਸ ਪਲ ਨੂੰ ਕਿਹਾ? ਸਵਾਲ ਦੂਸਰਾ, ਸਰਗਰਮ ਹੋਏ ਰੋਬੋਟ ਨੇ ਨਿਊਰੋ ਸਰਜਰੀ ਦਾ ਐਡਾ ਜਟਿਲ ਆਪਰੇਸ਼ਨ ਕਿਵੇਂ ਕਰ ਦਿੱਤਾ? ਜਵਾਬ ਭੇਜਣ ਲਈ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਭਾਗ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਟ, ਪ੍ਰੇਮ ਕਾਕੜੀਆ, ਅਵਰਿੰਦਰ ਕੌਰ, ਸੁਨੀਲ ਜੋਸ਼ੀ, ਅਰਜੁਨਾ ਭੱਲਾ, ਸ਼ਾਇਨਾ ਬੱਤਾ ਅਤੇ ਹਰ ਨਰਿੰਦਰ ਸਿੰਘ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।